ਹੈਲੋ एवरीवन। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਰੀਅਨ ਐਨਾਲਿਸਿਸ ਦਾ ਟੌਪਿਕ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ। ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ ਵਿੱਚ ਇੱਕ ਸਾਡੇ ਕੋਲ ਇਹ ਕਹਿ ਲਓ ਜਿਵੇਂ ਅਸੀਂ ਬਾਉਂਡਡ ਪੜ੍ਹਦੇ ਹਾਂ, ਕੰਟੀਨਿਊਟੀ ਪੜ੍ਹਦੇ ਹਾਂ, ਕਨਵਰਜੈਂਸ ਪੜ੍ਹਦੇ ਹਾਂ, ਉਸੇ ਤਰ੍ਹਾਂ ਸਾਡੇ ਕੋਲ ਬਾਉਂਡਡ ਵੇਰੀਏਸ਼ਨ ਵੀ ਇੱਕ ਇਹੋ ਜਿਹਾ ਟੌਪਿਕ ਆ ਜੋ ਕਿ ਆਪਣੀ ਡੈਫੀਨੇਸ਼ਨ 'ਤੇ ਬੇਸ ਹੋਏਗਾ। ਹੁਣ ਬਾਉਂਡਡ ਵੇਰੀਏਸ਼ਨ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਕੁਝ ਬੇਸਿਕ ਚੀਜ਼ਾਂ ਸਮਝਣੀਆਂ ਪੈਣਗੀਆਂ ਵਿੱਚ, ਜਿਨ੍ਹਾਂ ਦੇ ਵਿੱਚੋਂ ਮੇਨ ਹੈ ਇੱਕ ਸਾਡੇ ਕੋਲ ਇਨਕਰੀਜ਼ਿੰਗ ਫੰਕਸ਼ਨ, ਡਿਕਰੀਜ਼ਿੰਗ ਫੰਕਸ਼ਨ ਮੀਨਸ ਮੋਨੋਟੋਨ ਫੰਕਸ਼ਨ। ਸੈਕਿੰਡ ਹੈਗਾ ਸਾਡੇ ਕੋਲ ਇਹਦੀ ਪਾਰਟੀਸ਼ਨ, ਕਿਸੇ ਇੰਟਰਵਲ ਦੀ ਪਾਰਟੀਸ਼ਨ, ਕਿਉਂਕਿ ਬਾਉਂਡਡ ਵੇਰੀਏਸ਼ਨ ਦੇ ਵਿੱਚ ਸਿਰਫ ਇਹੀ ਚੀਜ਼ਾਂ ਸਾਡੇ ਕੋਲ ਕੀ ਨੇ, ਮੇਨ ਪਾਰਟ ਆ ਜਿਹੜਾ ਮੇਨ ਰੋਲ ਆ ਜਿਹੜਾ ਉਹ ਪਲੇ ਕਰਦੀਆਂ ਨੇ। ਹੁਣ ਸਭ ਤੋਂ ਪਹਿਲਾਂ ਸਮਝਦੇ ਹਾਂ ਬੱਚੇ, ਕਹਿੰਦੇ ਮੋਨੋਟੋਨ ਫੰਕਸ਼ਨ ਕੀ ਹੁੰਦਾ। ਮੋਨੋਟੋਨ, ਹੁਣ ਜਦੋਂ ਵੀ ਸਾਡੇ ਕੋਲ ਮੋਨੋਟੋਨ ਵਰਡ ਆ ਜਾਂਦਾ, ਕਹਿੰਦੇ ਮੋਨੋਟੋਨ ਦੇ ਵਿੱਚ ਮੋਨੋਟੋਨ ਇਹਦੇ ਅੰਦਰ ਦੋ ਚੀਜ਼ਾਂ ਆ ਜਾਂਦੀਆਂ ਨੇ, ਜਾਂ ਤਾਂ ਉਹ ਮੋਨੋਟੋਨ ਇਨਕਰੀਜ਼ਿੰਗ ਹੋਏਗਾ ਜਾਂ ਫਿਰ ਮੋਨੋਟੋਨ ਡਿਕਰੀਜ਼ਿੰਗ ਹੋਏਗਾ। ਜਿੱਥੇ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਇੱਕ ਵੀ ਚੀਜ਼ ਹੈਗੀ ਹੈ ਤਾਂ ਇਸਦਾ ਮਤਲਬ ਉਹ ਫੰਕਸ਼ਨ ਸਾਡੇ ਕੋਲ ਮੋਨੋਟੋਨ ਆ। ਹੁਣ ਮੋਨੋਟੋਨ ਇਨਕਰੀਜ਼ਿੰਗ, ਮੋਨੋਟੋਨ ਡਿਕਰੀਜ਼ਿੰਗ, ਇਹਦਾ ਮਤਲਬ ਕੀ ਹੈ ਬੱਚੇ? ਕਹਿੰਦੇ ਮੰਨ ਲਓ ਕੋਈ ਫੰਕਸ਼ਨ ਸਾਨੂੰ ਕਿਸੇ ਕਲੋਜ਼ਡ ਇੰਟਰਵਲ ਦੇ ਉੱਤੇ ਡਿਫਾਈਨ ਆ, ਕਿਸੇ A to B ਇੰਟਰਵਲ 'ਤੇ ਅਸੀਂ ਇਸ ਇੰਟਰਵਲ ਦੀ ਪਾਰਟੀਸ਼ਨ ਕੀਤੀ। ਪਾਰਟੀਸ਼ਨ ਦਾ ਮਤਲਬ ਕੀ ਹੁੰਦਾ? ਇਸ ਇੰਟਰਵਲ ਨੂੰ ਅਸੀਂ ਛੋਟੇ ਛੋਟੇ ਪਾਰਟਸ ਦੇ ਵਿੱਚ ਬ੍ਰੇਕ ਕਰਨਾ। A ਤੋਂ ਲੈ ਕੇ ਅਸੀਂ ਨੇ x1 ਤੱਕ ਕੀਤੀ, ਉਸ ਤੋਂ ਬਾਅਦ x2 ਤੱਕ, ਮਤਲਬ ਇਹਦੇ ਵਿੱਚ ਜਿੰਨੇ ਪੁਆਇੰਟ ਸੀ ਉਹਨਾਂ ਨੂੰ ਅਸੀਂ ਛੋਟੇ ਛੋਟੇ ਪਾਰਟਸ ਦੇ ਵਿੱਚ ਬ੍ਰੇਕ ਕਰ ਲਿਆ ਅਤੇ ਉਹਨਾਂ ਨੂੰ ਨੇਮ ਦੇ ਲਏ। ਹੁਣ ਕਹਿੰਦੇ ਜਿਹੜੀ ਇਹ ਪਾਰਟੀਸ਼ਨ ਕੀਤੀ ਹੈ ਕੁਛ ਇਸ ਤਰ੍ਹਾਂ ਕੀਤੀ ਹੈ ਕਿ x1 ਦੀ ਵੈਲਿਊ x2 ਤੋਂ ਛੋਟੀ ਆ, x2 ਦੀ ਵੈਲਿਊ xn ਤੋਂ ਛੋਟੀ ਆ, ਅਪ ਟੂ ਸੋ ਔਨ, x2 ਦੀ ਵੈਲਿਊ x3 ਤੋਂ ਛੋਟੀ ਆ, ਅਪ ਟੂ ਸੋ ਔਨ xn ਤੋਂ ਛੋਟੀ ਆ। ਹੁਣ ਕਹਿੰਦੇ ਜਦੋਂ ਅਸੀਂ ਬੱਚੇ ਪੁਆਇੰਟ ਜਿਹੜਾ ਸਾਨੂੰ ਗਿਵਨ ਫੰਕਸ਼ਨ ਆ, ਮੰਨ ਲਓ ਸਾਨੂੰ ਫੰਕਸ਼ਨ ਇਹ ਗਿਵਨ ਸੀਗਾ ਕਿ ਜਦੋਂ ਤੁਸੀਂ ਉਹਨੂੰ x ਪਾਉਂਦੇ ਹੋ ਤਾਂ x ਹੀ ਨਿਕਲ ਕੇ ਆਉਂਦਾ, ਤਾਂ ਜਦੋਂ ਵੀ ਸਾਡੇ ਕੋਲ ਕਹਿੰਦੇ ਜਦੋਂ ਇਹ ਵੈਲਿਊਜ਼ ਨੂੰ ਅਸੀਂ ਫੰਕਸ਼ਨ ਦੇ ਵਿੱਚ ਪੁੱਟ ਕੀਤਾ x1 x2 ਅਪ ਟੂ ਸੋ ਔਨ, ਤਾਂ ਸਾਡੇ ਕੋਲ ਜਿਹੜਾ ਰਿਲੇਸ਼ਨ ਉਹ ਵੀ ਐਵੇਂ ਬਣਨਾ ਚਾਹੀਦਾ। ਕਹਿੰਦੇ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ x1 ਇਹ ਲੈਸ ਹੋਣੀ ਚਾਹੀਦੀ ਹੈ ਫੰਕਸ਼ਨ ਦੀ ਵੈਲਿਊ ਐਟ a x2 ਤੋਂ, ਉਹ ਲੈਸ ਹੋਣੀ ਚਾਹੀਦੀ ਹੈ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ x3 ਅਪ ਟੂ ਸੋ ਔਨ xn ਤੱਕ। ਦੇਖੋ ਜਦੋਂ ਇਹ ਜਿਹੜਾ ਸਿੰਪਲ ਆ ਇਹਨਾਂ ਦੇ ਵਿਚਲਾ ਉਹ ਪ੍ਰੀਜ਼ਰਵ ਰਹਿ ਰਿਹਾ, ਸੇਮ ਰਹਿ ਰਿਹਾ, ਜਿਵੇਂ ਵੇਰੀਏਬਲ ਦੇ ਵਿੱਚ ਸੀ, ਜਿਵੇਂ ਉਹ ਜਿਹੜੀ ਵੈਲਿਊਜ਼ ਦੇ ਵਿੱਚ ਸੀਗਾ ਉਵੇਂ ਹੀ ਫੰਕਸ਼ਨ ਦੇ ਵਿੱਚ ਰਹਿ ਰਿਹਾ, ਤਾਂ ਅਸੀਂ ਇਸ ਨੂੰ ਬੋਲਾਂਗੇ ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ। ਬਟ ਜੇਕਰ ਇਹ ਬੱਚੇ ਪ੍ਰੀਜ਼ਰਵ ਨਾ ਰਹੇ, ਜਿਵੇਂ ਹੁਣ ਵੇਰੀਏਬਲ ਤਾਂ x1 ਦੀ ਵੈਲਿਊ x2 ਤੋਂ ਛੋਟੀ ਆ, x2 ਦੀ x3 ਤੋਂ ਛੋਟੀ ਆ, ਅਪ ਟੂ ਸੋ ਔਨ xn ਤੋਂ ਛੋਟੀ ਆ, ਪਰ ਅਸੀਂ ਜਦੋਂ ਫੰਕਸ਼ਨ ਦੇ ਵਿੱਚ ਇਹ ਪੁਆਇੰਟ ਪੁੱਟ ਕੀਤੇ ਤਾਂ ਜਿਹੜਾ ਫੰਕਸ਼ਨ ਆ ਉਹ ਸਾਨੂੰ ਆਨਸਰ ਕੀ ਦੇ ਰਿਹਾ, x1 fx1 ਕੀ ਤੋਂ ਗ੍ਰੇਟਰ fx2 ਤੋਂ, fx3 ਕੀ ਤੋਂ fx2 ਕੀ ਤੋਂ ਗ੍ਰੇਟਰ fx3 ਤੋਂ। ਮਤਲਬ ਹੁਣ ਜਿਹੜੀ ਇਹ ਸਿੰਬਲ ਸੀ ਇਨਕੁਆਲਿਟੀ ਸੀ ਇਹ ਚੇਂਜ ਹੋ ਗਈ। ਜਦੋਂ ਚੇਂਜ ਹੋ ਜਾਵੇ ਉਹਨੂੰ ਕੀ ਬੋਲਿਆ ਜਾਏਗਾ? ਡਿਕਰੀਜ਼ਿੰਗ ਫੰਕਸ਼ਨ। ਹੁਣ ਜ਼ਰੂਰੀ ਨਹੀਂ ਹੈਗਾ ਕਿਸੇ ਫਾਰਮ 'ਚ, ਬਸ ਜਿਹੜਾ ਸਾਡਾ ਸਿੰਬਲ ਆ ਜੋ ਇਨਕੁਆਲਿਟੀ ਆ ਜੇਕਰ ਉਹ ਪ੍ਰੀਜ਼ਰਵ ਰਹਿ ਰਹੀ ਹੈ ਇਸਦਾ ਮਤਲਬ ਉਹ ਇਨਕਰੀਜ਼ਿੰਗ ਆ, ਜੇਕਰ ਬੱਚੇ ਉਹ ਪ੍ਰੀਜ਼ਰਵ ਨਹੀਂ ਰਹਿ ਰਹੀ, ਚੇਂਜ ਹੋ ਰਹੀ ਹੈ, ਤਾਂ ਇਸਦਾ ਮਤਲਬ ਉਹ ਫੰਕਸ਼ਨ ਡਿਕਰੀਜ਼ਿੰਗ ਆ। ਐਗਜ਼ਾਮਪਲ ਦੇ ਥਰੂ ਸਮਝ ਲੈਂਦੇ ਹਾਂ ਕਿਹੜਾ ਫੰਕਸ਼ਨ ਇਨਕਰੀਜ਼ਿੰਗ ਆ ਬੱਚੇ, ਕਿਹੜਾ ਡਿਕਰੀਜ਼ਿੰਗ ਆ। ਮੰਨ ਲਓ ਇੱਕ ਸਾਨੂੰ ਫੰਕਸ਼ਨ ਡਿਫਾਈਨ ਆ 0 ਤੋਂ ਲੈ ਕੇ 1 ਇੰਟਰਵਲ ਦੇ ਵਿੱਚ ਅਸੀਂ x ਦੀਆਂ ਵੈਲਿਊਜ਼ ਲੈਣੀਆਂ ਨੇ, ਅਤੇ ਕਿਸ ਤਰ੍ਹਾਂ ਡਿਫਾਈਨ ਹੈ ਕਿ x ਪਾਈਏ ਆਨਸਰ ਕੀ ਆਵੇ 1/x। ਦੇਖੋ ਹੁਣ ਜਿਹੜੇ ਕਲੋਜ਼ਡ ਇੰਟਰਵਲ 'ਤੇ ਆ ਇਸਦਾ ਮਤਲਬ x ਇਹਦੇ ਵਿੱਚ ਹੀ ਲਾਈ ਕਰਦਾ, x ਦੀ ਵੈਲਿਊ ਅਸੀਂ 0 ਤੋਂ ਲੈ ਕੇ 1 ਦੇ ਵਿੱਚ ਕੋਈ ਵੀ ਵੈਲਿਊ ਪੁੱਟ ਕਰ ਸਕਦੇ ਹਾਂ। ਹੁਣ ਅਸੀਂ ਜਦੋਂ ਵੀ ਬੱਚੇ 0.1 ਭਰਾਂਗੇ, ਮੰਨ ਲਓ 0.21 ਭਰਿਆ 0.01, ਇਹਦਾ ਆਨਸਰ ਕਿੰਨਾ ਆ ਜਾਏਗਾ 1/1 ਮਲਟੀਪਲਾਈ 10 ਆਨਸਰ ਆ ਗਿਆ। ਫਿਰ ਅਸੀਂ 1/0.2 ਭਰਿਆ ਤਾਂ ਇਸਦਾ ਮਤਲਬ ਬੱਚੇ ਸਾਡੇ ਕੋਲ ਆਨਸਰ ਆ ਗਿਆ 1/2 ਮਲਟੀਪਲਾਈ 10, ਇਹਦਾ ਆਨਸਰ ਆ ਗਿਆ 5। ਦੇਖੋ ਅਸੀਂ ਵੈਲਿਊ ਪਹਿਲਾਂ 0.1 ਭਰੀ ਸੀ, 0.1 0.2 ਤੋਂ ਕੀ ਆ ਛੋਟਾ, ਠੀਕ ਹੈ ਜੀ। ਬਟ ਜਦੋਂ ਬੱਚੇ ਅਸੀਂ ਇਹ ਪੁਆਇੰਟ ਫੰਕਸ਼ਨ 'ਚ ਪੁੱਟ ਕਰਤਾ 0.1 ਭਰਿਆ ਤਾਂ ਆਨਸਰ ਕਿੰਨਾ ਆਇਆ 10, ਜਦੋਂ 0.2 ਭਰਿਆ ਤਾਂ ਆਨਸਰ ਕਿੰਨਾ ਆਇਆ ਸਾਡੇ ਕੋਲ 5। ਹੁਣ ਫੰਕਸ਼ਨ ਦੀ ਵੈਲਿਊ ਕੀ ਹੋ ਗਈ 10 ਤਾਂ 5 ਤੋਂ ਗ੍ਰੇਟਰ ਹੈ, ਇਸਦਾ ਮਤਲਬ ਆਪੋਜ਼ਿਟ ਸਾਈਨ ਹੋ ਗਿਆ। ਸੋ ਕੀ ਹੈ ਬੱਚੇ, ਕਹਿੰਦੇ ਜਦੋਂ ਅਸੀਂ ਵੈਲਿਊਜ਼ ਭਰੀਆਂ ਉਹਦੇ ਲਈ ਸਾਡੇ ਕੋਲ ਜਿਹੜਾ ਫੰਕਸ਼ਨ ਆ ਉਹ ਤਾਂ ਬਿਲਕੁਲ ਆਪੋਜ਼ਿਟ ਆਨਸਰ ਦੇ ਰਿਹਾ, ਉਹ ਤੋਂ ਦੂਸਰੀ ਇਨਕੁਆਲਿਟੀ ਦੇ ਆਨਸਰ ਦੇ ਰਿਹਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਹੁਣ ਇਹ ਸਾਡੇ ਕੋਲ ਕਿਹੜਾ ਫੰਕਸ਼ਨ ਹੈ? ਡਿਕਰੀਜ਼ਿੰਗ ਫੰਕਸ਼ਨ। ਸੋ fx = 1/x ਕੀ ਹੈ? ਡਿਕਰੀਜ਼ਿੰਗ ਔਨ 0 to 1। ਜੋ ਵੀ ਇੰਟਰਵਲ ਹੋਏਗਾ ਉਸ ਦੇ ਉੱਤੇ ਚੈੱਕ ਕਰਿਆ ਕਰਾਂਗੇ ਕਿ ਇਹ ਇਨਕਰੀਜ਼ਿੰਗ ਆ ਡਿਕਰੀਜ਼ਿੰਗ ਫੰਕਸ਼ਨ। ਆਈ ਹੋਪ ਸਾਨੂੰ ਮੋਨੋਟੋਨ ਦੀ ਡੈਫੀਨੇਸ਼ਨ ਵਿੱਚ ਕਲੀਅਰ ਹੋ ਗਈ ਹੋਏਗੀ। ਨੈਕਸਟ ਡੈਫੀਨੇਸ਼ਨ ਆ ਪਾਰਟੀਸ਼ਨ ਦੀ। ਦੇਖੋ ਪਾਰਟੀਸ਼ਨ ਵੈਸੇ ਅਸੀਂ ਡਿਸਕਸ ਕਰ ਚੁੱਕੇ ਹਾਂ, ਕੀ ਹੁੰਦੀ ਹੈ? ਕਿਸੇ ਇੰਟਰਵਲ ਨੂੰ ਛੋਟੇ ਛੋਟੇ ਪਾਰਟਸ 'ਚ ਬ੍ਰੇਕ ਕਰਨਾ। ਕਹਿੰਦੇ ਇਫ A to B ਇਜ਼ ਅ ਕੰਪੈਕਟ ਇੰਟਰਵਲ, ਜਾਂ ਵਿੱਚ ਕਹਿ ਲਓ ਕਲੋਜ਼ਡ ਇੰਟਰਵਲ ਆ A ਤੋਂ B। ਕਲੋਜ਼ ਦਾ ਮਤਲਬ ਅਸੀਂ ਇਹਦੇ ਵਿੱਚ A ਤੇ B ਨੂੰ ਵੀ ਕੰਸੀਡਰ ਕਰ ਰਹੇ ਹਾਂ, ਤਾਂ ਅਸੀਂ ਇਹਦੇ ਵਿੱਚ ਕੁਝ ਪੁਆਇੰਟਸ ਲੈ, ਕਹਿੰਦੇ A ਤੋਂ B ਇੰਟਰਵਲ ਦੇ ਵਿੱਚ ਕੁਝ ਪੁਆਇੰਟ ਲੈ, ਕਿਸ ਤਰ੍ਹਾਂ x1 x2 ਅਪ ਟੂ ਸੋ ਔਨ, ਅਤੇ x0 ਦੀ ਵੈਲਿਊ x1 ਤੋਂ ਛੋਟੀ, x1 ਦੀ ਵੈਲਿਊ x2 ਤੋਂ ਛੋਟੀ, ਅਪ ਟੂ ਸੋ ਔਨ B ਤੱਕ।
ਤਾਂ ਇਸ ਜਿਹੜੀ ਚੀਜ਼ ਆ ਇਹਨੂੰ ਪਾਰਟੀਸ਼ਨ ਬੋਲਾਂਗੇ। ਜਿਵੇਂ ਬੱਚੇ ਅਸੀਂ ਐਗਜ਼ਾਮਪਲ ਦੇ ਥਰੂ ਲਈਏ 0 ਤੋਂ 1 ਇੰਟਰਵਲ ਆ, 0 ਤੋਂ 1 ਦੇ ਅਸੀਂ ਪਾਰਟਸ ਬਣਾਉਣੇ ਆ। ਕਿਵੇਂ ਬਣਾ ਸਕਦੇ ਹਾਂ? ਬਹੁਤ ਸਾਰੇ ਤਰੀਕੇ ਨੇ। ਅਸੀਂ 0 ਤੋਂ ਲੈ ਕੇ ਪਹਿਲਾਂ 0.25 ਲੈ ਲਿਆ, ਫਿਰ 25 ਤੋਂ ਲੈ ਕੇ ਅਸੀਂ ਨੇ ਕੀ ਲੈ ਲਿਆ 0.5 ਤੱਕ ਲੈ ਲਿਆ, 0.5 ਤੋਂ ਲੈ ਕੇ ਅਸੀਂ ਨੇ 75 ਤੱਕ ਲੈ ਲਿਆ, 0.75 ਤੱਕ, ਫਿਰ 0.75 ਤੋਂ ਅਸੀਂ ਤੇ ਕਿੱਥੇ ਤੱਕ ਲੈ ਲਿਆ 1 ਤੱਕ। ਦੇਖੋ ਸਾਰੇ ਨੂੰ ਕਵਰ ਹੋ 0 ਤੋਂ 1 ਤੱਕ ਹੀ ਪਹੁੰਚਣਾ ਸੀ, ਬਟ ਅਸੀਂ ਛੋਟੇ ਛੋਟੇ ਪਾਰਟਸ ਬਣਾ ਲਏ। ਇਹਦੇ ਸੈਂਟਰ ਦੇ ਵਿੱਚੋਂ ਕੋਈ ਵੀ ਵੈਲਿਊ ਚੱਕ ਕੇ ਉਹਨਾਂ ਨੂੰ ਅਸੀਂ ਨੇ ਨੇਮਿੰਗ ਦੇ ਲਈ ਇੰਟਰਵਲ ਬਣਾ ਲਏ। ਇਹ ਹੋ ਗਈ ਸਾਡੇ ਇੰਟਰਵਲ, ਸਬ ਇੰਟਰਵਲਸ। ਅਤੇ ਜਿਹੜੀ ਇਹ ਪਾਰਟੀਸ਼ਨ ਹੋਈ 0 ਤੋਂ ਲੈ ਕੇ 0.25 ਫਿਰ 0.5 0.75, ਇਹ ਸਾਡੀ ਪਾਰਟੀਸ਼ਨ ਹੋ ਗਈ ਕਿ ਪੂਰੇ ਇੰਟਰਵਲ ਨੂੰ ਅਸੀਂ ਛੋਟੇ ਛੋਟੇ ਪਾਰਟਸ ਦੇ ਵਿੱਚ ਕੀ ਕਰਤਾ, ਬ੍ਰੇਕ ਕਰਤਾ। ਹੁਣ ਦੇਖੋ ਬੱਚੋ, ਜੇ ਅਸੀਂ ਇਸ ਪਾਰਟੀਸ਼ਨ ਦੇ ਵਿੱਚ ਸਾਰਿਆਂ ਦਾ ਡਿਸਟੈਂਸ ਕੱਢੀਏ, ਲੈਂਥ ਆਫ ਇੰਟਰਵਲ, ਦੇਖੋ ਆਹ ਜਿਹੜਾ ਇੰਟਰਵਲ ਆ ਇਹਦੀ ਲੈਂਥ ਕਿੰਨੀ ਆ, ਮਤਲਬ ਇਹਨਾਂ ਵਿੱਚ ਲੋਐਸਟ ਲਿਮਿਟ ਅਤੇ ਅਪਰ ਲਿਮਿਟ 'ਚ ਕਿੰਨਾ ਡਿਫਰੈਂਸ ਆ, 0.25 ਦਾ ਡਿਫਰੈਂਸ ਆ। ਫਿਰ ਅਗਲੇ ਦੋ ਦੇ ਵਿੱਚ ਕਿੰਨਾ ਡਿਫਰੈਂਸ ਆ, 0.25 ਦਾ। ਅਗਲੇ ਦੋ ਦੇ ਵਿੱਚ ਕਿੰਨਾ ਡਿਫਰੈਂਸ ਆ, 0.25 ਦਾ। ਅਗਲੇ ਦੇ ਵਿੱਚ ਕਿੰਨਾ ਬੱਚੇ, 0.25 ਦਾ। ਹੁਣ ਜਿਹੜੀ ਇਹਦੀ ਟੋਟਲ ਲੈਂਥ ਆ, ਮਤਲਬ ਜਿਹੜੇ ਅਸੀਂ ਨੇ ਸਬ ਇੰਟਰਵਲਸ ਬਣਾਏ ਨੇ, ਇਹਨਾਂ ਦੀ ਜਿਹੜੀ ਟੋਟਲ ਲੈਂਥ ਆ, ਇਹਨਾਂ ਨੂੰ ਐਡ ਕਰਨ ਤੋਂ ਬਾਅਦ ਸਾਡੇ ਕੋਲ 1 ਬਣ ਰਿਹਾ। ਇਹੀ ਸਾਡੇ ਕੋਲ ਐਕਚੁਅਲ ਇੰਟਰਵਲ ਦੀ ਲੈਂਥ ਸੀ ਬੱਚੇ, 0 ਤੋਂ 1 ਤੱਕ ਦੀ ਲੈਂਥ ਵੀ ਕਿੰਨੀ ਸੀਗੀ, 1। ਸੋ ਪਾਰਟੀਸ਼ਨ ਜਿਹੜੀ ਕੀਤੀ ਆ, ਉਹਦੇ ਜਿਹੜੇ ਅਸੀਂ ਸਬ ਇੰਟਰਵਲ ਬਣਾਏ ਨੇ, ਉਹਨਾਂ ਸਾਰੇ ਸਬ ਇੰਟਰਵਲ ਦੀ ਲੈਂਥ ਦਾ ਸਮ ਕਿਹਦੇ ਇਕੁਅਲ ਹੁੰਦਾ, ਜੋ ਐਕਚੁਅਲ ਇੰਟਰਵਲ ਆ ਉਹਦੀ ਲੈਂਥ ਦੇ ਹੀ ਇਕੁਅਲ ਹੁੰਦਾ, B ਮਾਈਨਸ A। ਇਹ ਹੁੰਦੀ ਹੈ ਬੱਚੇ ਪਾਰਟੀਸ਼ਨ। ਪਾਰਟੀਸ਼ਨ ਹੋ ਗਿਆ, ਮੋਨੋਟੋਨ ਫੰਕਸ਼ਨ ਹੋ ਗਿਆ, ਮੋਨੋਟੋਨ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ, ਸੌਰੀ ਮੋਨੋਟੋਨ ਰਹਿ ਗਿਆ ਬੱਚੇ, ਕਹਿੰਦੇ ਇਨਕਰੀਜ਼ਿੰਗ ਡਿਕਰੀਜ਼ਿੰਗ ਹੋ ਗਿਆ। ਕੋਈ ਵੀ ਫੰਕਸ਼ਨ ਜੋ ਮੋਨੋਟੋਨ ਇਨਕਰੀਜ਼ਿੰਗ ਆ ਜਾਂ ਫਿਰ ਮੋਨੋਟੋਨ ਡਿਕਰੀਜ਼ਿੰਗ ਆ ਬੱਚੇ, ਇਸ ਦਾ ਮਤਲਬ ਜੇ ਫੰਕਸ਼ਨ ਸਾਡੇ ਕੋਲ ਮੋਨੋਟੋਨ ਇਨਕਰੀਜ਼ਿੰਗ ਆ ਤਾਂ ਉਸ ਇੰਟਰਵਲ ਦੇ ਵਿੱਚ ਉਹ ਇਨਕਰੀਜ਼ਿੰਗ ਹੀ ਰਹਿਣਾ ਚਾਹੀਦਾ, ਤਾਂ ਅਸੀਂ ਉਹਨੂੰ ਮੋਨੋਟੋਨ ਬੋਲਾਂਗੇ। ਜੇਕਰ ਕੋਈ ਫੰਕਸ਼ਨ ਡਿਕਰੀਜ਼ਿੰਗ ਆ ਤਾਂ ਜਿਹੜੇ ਵੀ ਗਿਵਨ ਇੰਟਰਵਲ ਵਿੱਚ ਉਹ ਡਿਕਰੀਜ਼ ਆ, ਤਾਂ ਸਾਰੀਆਂ ਵੈਲਿਊਜ਼ ਉਸ ਇੰਟਰਵਲ ਦੀਆਂ ਸਾਰੀਆਂ ਵੈਲਿਊਜ਼ ਦੇ ਲਈ ਉਹ ਡਿਕਰੀਜ਼ ਹੀ ਰਹਿਣਾ ਚਾਹੀਦਾ, ਤਾਂ ਅਸੀਂ ਉਸਨੂੰ ਮੋਨੋਟੋਨ ਬੋਲਾਂਗੇ। ਕੋਈ ਵੀ ਫੰਕਸ਼ਨ ਮੋਨੋਟੋਨ ਕਦੋਂ ਹੁੰਦਾ, ਜਦੋਂ ਜਾਂ ਤਾਂ ਉਹ ਇਨਕਰੀਜ਼ਿੰਗ ਹੋਵੇ ਜਾਂ ਫਿਰ ਉਹ ਡਿਕਰੀਜ਼ਿੰਗ ਹੋਵੇ। ਬਟ ਇਹ ਨਹੀਂ ਹੈਗਾ ਕਿ ਇੱਕੋ ਸਮੇਂ 'ਤੇ ਇਨਕਰੀਜ਼ ਵੀ ਕਰੇ ਡਿਕਰੀਜ਼ ਵੀ, ਨੋ। ਜਾਂ ਉਹ ਇਨਕਰੀਜ਼ ਕਰਦਾ ਹੋਊ ਜਾਂ ਡਿਕਰੀਜ਼ ਕਰਦਾ ਹੋਊਗਾ, ਉਹਨੂੰ ਅਸੀਂ ਕੀ ਬੋਲਾਂਗੇ, ਮੋਨੋਟੋਨ ਫੰਕਸ਼ਨ ਔਰ ਦੀ ਕੰਡੀਸ਼ਨ। ਅੱਗੇ ਨੈਕਸਟ ਬੱਚੇ ਮੇਨ ਸਾਡੀ ਜਿਹੜੀ ਡੈਫੀਨੇਸ਼ਨ ਆ ਜਿਹਦੇ ਉੱਤੇ ਅਸੀਂ ਗੱਲ ਕਰਨੀ ਆ, ਜਿਹੜਾ ਚੈਪਟਰ ਅਸੀਂ ਸਟਾਰਟ ਕਰਨਾ ਫੰਕਸ਼ਨ ਆਫ ਬਾਊਂਡਡ ਵੇਰੀਏਸ਼ਨ, ਉਹਦੀ ਡੈਫੀਨੇਸ਼ਨ ਪੜ੍ਹਦੇ ਹਾਂ ਕਿ ਬਾਊਂਡਡ ਵੇਰੀਏਸ਼ਨ ਕੀ ਹੁੰਦਾ। ਲੈਟ A to B be a closed and bound interval। ਸਭ ਤੋਂ ਪਹਿਲਾਂ ਅਸੀਂ ਇੱਕ ਇੰਟਰਵਲ ਸਾਨੂੰ ਗਿਵਨ ਆ ਬੱਚੇ A to B ਐਂਡ ਲੈਟ FAB ਇਜ਼ ਇਕੁਅਲ ਟੂ, ਅਸੀਂ ਇਹਦੀ ਕੋਈ ਜਿਹੜਾ ਵੀ ਸਾਨੂੰ ਕਲੋਜ਼ਡ ਇੰਟਰਵਲ ਹੋਏਗਾ ਅਸੀਂ ਇਹਦੀ ਕੋਈ ਪਾਰਟੀਸ਼ਨ ਕਰਨੀ ਆ। ਪਾਰਟੀਸ਼ਨ ਕੀਤੀ, ਕਹਿੰਦੇ ਫਿਰ ਇੱਕ ਫੰਕਸ਼ਨ ਡਿਫਾਈਨ ਕੀਤਾ F ਫੰਕਸ਼ਨ, ਜੋ ਕੀ ਆ ਇਸ ਕਲੋਜ਼ਡ ਇੰਟਰਵਲ ਤੋਂ ਰੀਅਲ ਤੱਕ ਆ। ਮਤਲਬ F ਕੋਈ ਜਿਹੜਾ ਫੰਕਸ਼ਨ ਆ ਉਹ ਕਲੋਜ਼ਡ ਇੰਟਰਵਲ ਤੋਂ ਰੀਅਲ ਤੱਕ ਆ। ਇਹਦਾ ਮਤਲਬ ਕੀ ਹੋਇਆ ਬੱਚੇ, ਕਹਿੰਦਾ AB ਕਲੋਜ਼ਡ ਇੰਟਰਵਲ ਜੋ ਵੀ ਤੁਸੀਂ ਦਿੱਤਾ ਹੋਊਗਾ ਅਸੀਂ ਉਹਦੇ ਵਿੱਚੋਂ ਕੋਈ ਵੈਲਿਊ ਭਰਾਂਗੇ। ਮੰਨ ਲਓ ਜੇ ਕਲਾਸ ਇੰਟਰਵਲ 0 ਤੋਂ 1 ਆ ਤਾਂ ਇਸਦਾ ਮਤਲਬ 0 ਤੋਂ 1 ਦੇ ਵਿੱਚ ਕੋਈ ਵੈਲਿਊ ਭਰਾਂਗੇ। ਜੇ ਕਲੋਜ਼ਡ ਇੰਟਰਵਲ 1 ਤੋਂ 2 ਆ ਤਾਂ ਇਸਦਾ ਮਤਲਬ ਫੰਕਸ਼ਨ ਦੇ ਵਿੱਚ ਜੋ ਅਸੀਂ ਇਨਪੁਟ ਦੇਣੀ ਆ ਨਾ ਉਹ 1 ਤੋਂ 2 ਦੇ ਵਿੱਚ ਦੇਵਾਂਗੇ। ਅਤੇ ਕਿੱਥੇ ਤੱਕ ਰੀਅਲ, ਕਹਿੰਦਾ ਆਨਸਰ ਸਾਨੂੰ ਕੋਈ ਵੀ ਰੀਅਲ ਮਿਲ ਸਕਦਾ, ਨੈਗੇਟਿਵ, ਪੋਜ਼ੀਟਿਵ, ਲੈਫਟ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਇਰਰੈਸ਼ਨਲ, ਰੈਸ਼ਨਲ, ਕੁਛ ਵੀ, ਬਸ ਆਨਸਰ ਰੀਅਲ ਮਿਲੂਗਾ। ਵੈਲਿਊ ਕੀ 'ਚੋਂ ਦੇਵਾਂਗੇ, ਇਹਦੇ ਵਿੱਚੋਂ ਜੋ ਇੰਟਰਵਲ ਹੋ ਉਹਦੇ ਵਿੱਚੋਂ ਇਨਪੁਟ ਦੇਵਾਂਗੇ, ਆਊਟਪੁੱਟ ਸਾਨੂੰ ਰੀਅਲ 'ਚੋਂ ਮਿਲੂਗੀ। ਠੀਕ, ਇੱਕ ਫੰਕਸ਼ਨ ਡਿਫਾਈਨ ਕੀਤਾ। ਕਹਿੰਦੇ ਫਿਰ ਇਸ ਫੰਕਸ਼ਨ ਦੀ ਵਿੱਚ ਜਿਹੜੀਆਂ ਵੈਲਿਊਜ਼ ਨੇ ਉਸ ਪਾਰਟੀਸ਼ਨ ਜੋ ਅਸੀਂ ਇਸਦੀ ਕਲੋਜ਼ਡ ਇੰਟਰਵਲ ਦੀ ਪਾਰਟੀਸ਼ਨ ਕੀਤੀ ਹੈ ਨਾ ਉਹਦੀ ਵੈਲਿਊਜ਼ ਕੱਢਾਂਗੇ। ਮੰਨ ਲਓ ਅਸੀਂ ਨੇ ਜਿਹੜੀ AB ਆ, ਕਹਿੰਦੇ ਜਿਹੜਾ A to B ਇੰਟਰਵਲ ਸੀਗਾ ਅਸੀਂ ਇਹਦੀ ਪਾਰਟੀਸ਼ਨ ਕਿਸ ਤਰ੍ਹਾਂ ਕੀਤੀ ਹੈ ਬੱਚੇ, ਕਹਿੰਦੇ ਸਭ ਤੋਂ ਪਹਿਲਾਂ x0 ਆ, ਫਿਰ x1 ਆ, x2 ਆ, ਅਪ ਟੂ ਸੋ ਔਨ x of n ਇਕੁਅਲ ਟੂ B, ਇਹਦੀ ਪਾਰਟੀਸ਼ਨ ਕੀਤੀ ਸੀ। ਹੁਣ ਇਕੱਲੇ ਪੁਆਇੰਟ 'ਤੇ ਫੰਕਸ਼ਨ ਦੀ ਵੈਲਿਊ ਕੱਢੋ ਬੱਚੇ। ਕਹਿੰਦੇ ਅਸੀਂ x0 'ਤੇ ਵੈਲਿਊ ਚੈੱਕ ਕੀਤੀ, f ਦੀ ਫੰਕਸ਼ਨ ਦੀ ਵੈਲਿਊ x0 'ਤੇ, ਫਿਰ x1 'ਤੇ ਚੈੱਕ ਕੀਤੀ, ਫਿਰ x2  'ਤੇ ਚੈੱਕ ਕੀਤੀ, ਅਪ ਟੂ ਸੋ ਔਨ xn ਤੱਕ ਫੰਕਸ਼ਨ ਦੀਆਂ ਵੈਲਿਊਜ਼ ਕੱਢ ਲਈਆਂ। ਹੁਣ ਇਸ ਤੋਂ ਬਾਅਦ ਕੀ ਕਰਨਾ, ਇਹਨਾਂ ਜਿਹੜੇ ਬੱਚੇ ਫੰਕਸ਼ਨ ਦੀਆਂ ਵੈਲਿਊ ਆਏ ਨੇ ਇਹਨਾਂ ਦਾ ਡਿਫਰੈਂਸ ਕਰਨਾ, ਫਾਰਵਰਡ ਡਿਫਰੈਂਸ। ਫਾਰਵਰਡ ਡਿਫਰੈਂਸ ਕੀ ਹੁੰਦਾ, ਇੱਕ ਅਗਲੀ ਟਰਮ ਦੇ ਵਿੱਚੋਂ ਪਿਛਲੀ ਟਰਮ ਨੂੰ ਮਾਈਨਸ ਕਰਕੇ ਲਿਖਣਾ। ਜਿਵੇਂ ਹੁਣ ਇਹਦਾ ਕੀ ਆਏਗਾ fx1 ਮਾਈਨਸ fx0, ਫਿਰ ਅਗਲੇ ਦਾ ਕੀ ਆਏਗਾ ਬੱਚੇ fx2 ਮਾਈਨਸ fx1। ਕਦੋਂ ਤੱਕ ਕਰਨਾ, ਜਦੋਂ ਤੱਕ ਅਸੀਂ ਸਾਰੇ ਫੰਕਸ਼ਨਸ ਨੂੰ ਕਵਰ ਨਾ ਕਰ ਲਈਏ। ਅਪ ਟੂ ਸੋਨ ਕਰਦੇ ਕਰਦੇ ਕਿੱਥੇ ਤੱਕ ਪਹੁੰਚਾਂਗੇ, fxn ਮਾਈਨਸ fxn ਮਾਈਨਸ 1। ਦੇਖੋ ਲਾਸਟ ਵੈਲਿਊ ਸਾਡੇ ਕੋਲ ਕੀ ਹੈ xn ਆ, ਤਾਂ ਇਸਦਾ ਮਤਲਬ ਫੰਕਸ਼ਨ ਨੂੰ ਉੱਥੇ ਤੱਕ ਅਸੀਂ ਨੇ ਓਪਨ ਕਰਨਾ। ਠੀਕ, ਸਾਰਿਆਂ ਦਾ ਅਸੀਂ ਫਾਰਵਰਡ ਡਿਫਰੈਂਸ ਕੀਤਾ, ਸਾਰੇ ਇੰਟਰਵਲ ਸੇ। ਹੁਣ ਜਿਹੜੇ ਇਹ ਫਾਰਵਰਡ ਡਿਫਰੈਂਸ ਅਸੀਂ ਕੱਢੇ ਨੇ ਬੱਚੇ ਇਹਨਾਂ ਦਾ ਸਮ ਕਰ ਦਿਓ, ਜਿੰਨੀਆਂ ਵੀ ਵੈਲਿਊਜ਼ ਨੇ ਇਹਨਾਂ ਸਾਰਿਆਂ ਦਾ ਐਡੀਸ਼ਨ ਕਰ ਦਿਓ।
ਹੁਣ ਜੇਕਰ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਸਾਡੇ ਕੋਲ ਜਿਹੜਾ ਆਨਸਰ ਆਇਆ, ਜਿਹੜਾ ਵੀ ਵੈਲਿਊ ਆਈ ਆ, ਜੇਕਰ ਉਹ ਫਾਈਨਾਈਟ ਵੈਲਿਊ ਆ ਬੱਚੇ, ਫਾਈਨਾਈਟ ਦਾ ਮਤਲਬ ਕਿਸੇ ਕੌਨਸਟੈਂਟ ਤੋਂ ਲੈਸ ਆ, ਐਮ ਕੋਈ ਫਾਈਨਾਈਟ ਨੰਬਰ ਆ 1 2 3 4, ਉਹ ਤੋਂ ਇਹ ਸਮ ਦੀ ਵੈਲਿਊ ਲੈਸ ਆ, ਤਾਂ ਇਸ ਫੰਕਸ਼ਨ ਨੂੰ ਐਫ ਨੂੰ ਅਸੀਂ ਕੀ ਬੋਲਾਂਗੇ, ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ ਬੋਲਾਂਗੇ। ਅਗੇਨ ਬੱਚੇ ਸਭ ਤੋਂ ਪਹਿਲਾਂ ਕੀ ਆ, ਕੋਈ ਕਲੋਜ਼ਡ ਇੰਟਰਵਲ ਆ, ਅਸੀਂ ਉਹਦੀ ਪਾਰਟੀਸ਼ਨ ਕੀਤੀ, ਇਕੱਲੇ ਜਿਹੜੀ ਪਾਰਟੀਸ਼ਨ ਦੇ ਵੈਲਿਊਜ਼ ਬਣਾਈਆਂ ਨੇ, ਕੱਢੀਆਂ ਨੇ ਪੁਆਇੰਟਸ, ਉਹਨਾਂ ਦੇ ਫੰਕਸ਼ਨ ਦੀ ਵੈਲਿਊ ਚੈੱਕ ਕੀਤੀ, ਫਿਰ ਫੰਕਸ਼ਨ ਦਾ ਫਾਰਵਰਡ ਡਿਫਰੈਂਸ ਕੱਢਿਆ, ਇੱਕ ਅਗਲੀ ਟਰਮ ਦੇ ਵਿੱਚੋਂ ਪਿਛਲੀ ਨੂੰ ਮਾਈਨਸ ਕਰਕੇ ਜਿੰਨੇ ਹੀ ਵੈਲਿਊ ਸੀ ਉਹਨਾਂ ਸਾਰਿਆਂ ਦੇ ਲਈ ਫਾਰਵਰਡ ਡਿਫਰੈਂਸ ਕੱਢਿਆ, ਉਹ ਸਾਰੇ ਫਾਰਵਰਡ ਡਿਫਰੈਂਸ ਜੋ ਆਏ ਨੇ ਉਹਨਾਂ ਦਾ ਸਮ ਕੀਤਾ। ਜੇਕਰ ਉਹ ਸਮ ਬੱਚੇ ਸਾਡੇ ਕੋਲ ਫਾਈਨਾਈਟ ਆ ਰਿਹਾ ਤਾਂ ਉਹ ਕੀ ਆ, ਬਾਉਂਡਡ ਵੇਰੀਏਸ਼ਨ ਫੰਕਸ਼ਨ ਆ, ਅਦਰਵਾਈਜ਼ ਸਾਡੇ ਕੋਲ ਬਾਉਂਡਡ ਵੇਰੀਏਸ਼ਨ ਨਹੀਂ ਹੈਗਾ। ਐਗਜ਼ਾਮਪਲ ਦੇ ਲੈ ਲੈਣੇ ਬੱਚੇ, ਮੰਨ ਲਓ ਇੱਕ ਸਾਨੂੰ ਫੰਕਸ਼ਨ ਦੇਤਾ ਐਫ ਐਕਸ ਇਜ਼ ਇਕੁਅਲ ਟੂ ਐਕਸ, ਕਹਿੰਦੇ ਇਹ ਫੰਕਸ਼ਨ ਆ ਕਿਹੜੇ ਇੰਟਰਵਲ 'ਤੇ, 0 ਤੋਂ ਲੈ ਕੇ 1 ਇੰਟਰਵਲ ਦੇ ਵਿੱਚ ਫੰਕਸ਼ਨ ਆ। ਹੁਣ ਅਸੀਂ ਕੀ ਕਰਨਾ, ਕਹਿੰਦੇ ਚੈੱਕ ਕਰੋ ਕੀ ਇਹ ਬਾਉਂਡਡ ਵੇਰੀਏਸ਼ਨ ਹੈਗਾ ਜਾਂ ਨਹੀਂ ਹੈਗਾ। ਹੁਣ ਇਹਦੇ ਲਈ ਬਹੁਤ ਪ੍ਰੋਪਰਟੀਜ਼ ਪਈਆਂ ਨੇ ਵਿੱਚ, ਜੇ ਮੋਨੋਟੋਨ ਹੋਊ ਤਾਂ ਬਾਉਂਡਡ ਵੇਰੀਏਸ਼ਨ, ਕੰਟੀਨਿਊਸ ਹੋਊ ਤਾਂ ਬਾਉਂਡਡ ਵੇਰੀਏਸ਼ਨ ਹੋਊਗਾ, ਇਸ ਤਰ੍ਹਾਂ ਦੀਆਂ। ਬਟ ਅਸੀਂ ਅਜੇ ਸਿਰਫ ਇੱਥੇ ਡੈਫੀਨੇਸ਼ਨ ਦੇ ਨਾਲ ਪ੍ਰੂਵ ਕਰਨਾ ਚਾਹੁੰਦੇ ਹਾਂ। ਕਹਿੰਦੇ ਸਭ ਤੋਂ ਪਹਿਲਾਂ ਤਾਂ ਬੱਚੇ ਇਸ 0 ਤੋਂ 1 ਇੰਟਰਵਲ ਦੀ ਕੋਈ ਪਾਰਟੀਸ਼ਨ ਲੈ ਲਓ। ਦੇਖੋ ਹੁਣ ਤੁਹਾਡੇ ਮਾਈਂਡ 'ਚ ਆਏਗਾ ਕਿ ਅਸੀਂ ਪਾਰਟੀਸ਼ਨ ਤਾਂ ਕੋਈ ਵੀ ਲੈ ਸਕਦੇ ਹਾਂ, ਫਿਰ ਇਕੱਲੀ ਪਾਰਟੀਸ਼ਨ ਦੇ ਲਈ ਕਰਨਾ ਪਏਗਾ। ਨਹੀਂ, ਅਸੀਂ ਕੋਈ ਵੀ ਵਿੱਚ ਜਰਨਲ ਜਿਵੇਂ ਤੁਹਾਨੂੰ ਠੀਕ ਲੱਗੇ, ਜਿਹੜੀ ਪਾਰਟੀਸ਼ਨ ਠੀਕ ਲੱਗੇ ਉਹਦੇ ਲਈ ਅਸੀਂ ਕਰ ਸਕਦੇ ਹਾਂ। ਇੱਕ ਤੋਂ ਜ਼ਿਆਦਾ ਪਾਰਟੀਸ਼ਨ ਵੀ ਸਾਡੇ ਕੋਲ ਕਿਸੇ ਇੰਟਰਵਲ ਦੀਆਂ ਐਗਜ਼ਿਸਟ ਕਰ ਸਕਦੀਆਂ ਨੇ। ਇਹਦੀ ਅਸੀਂ ਪਾਰਟੀਸ਼ਨ ਲਈ ਵਿੱਚ 0 0.25 ਤੋਂ 0.5 0.75 ਤੋਂ ਲੈ ਕੇ 1 ਤੱਕ, ਚਲੋ ਜੀ ਪਾਰਟੀਸ਼ਨ ਹੋ ਗਈ। ਹੁਣ ਇਹਦੇ ਸਬ ਇੰਟਰਵਲਸ ਕੀ ਬਣਨਗੇ, 0 ਤੋਂ ਲੈ ਕੇ 0.25, ਫਿਰ 0.25 ਤੋਂ ਲੈ ਕੇ 0.5, ਫਿਰ 0.5 ਤੋਂ ਲੈ ਕੇ 0.75, 0.75 ਤੋਂ ਲੈ ਕੇ 1, ਇਹ ਸਾਰੇ ਇਹਦੇ ਸਬ ਇੰਟਰਵਲਸ ਬਣ ਜਾਣਗੇ। ਹੁਣ ਸਭ ਤੋਂ ਪਹਿਲਾਂ ਕੀ ਕਹਿੰਦੇ ਸੀ ਅਸੀਂ, ਕਹਿੰਦੇ ਵਿੱਚ ਜਿਹੜੇ ਸਬ ਪਾਰਟੀਸ਼ਨ ਬਣਾਈ ਆ ਉਹਨਾਂ ਇਕੱਲੇ ਪੁਆਇੰਟ 'ਤੇ ਫੰਕਸ਼ਨ ਦੀ ਵੈਲਿਊ, ਦੇਖੋ ਫੰਕਸ਼ਨ ਕੀ ਕਹਿੰਦਾ, ਉਹਦੇ ਵਿੱਚ ਐਕਸ ਪਾਵਾਂਗੇ ਆਨਸਰ ਐਕਸ, 0 ਦੇਵਾਂਗੇ ਆਨਸਰ 0 ਹੀ ਆਊਗਾ, 2.5 ਦੇਵਾਂਗੇ 2.5 ਹੀ ਆਏਗਾ, 0.5 ਪਾਵਾਂਗੇ 0.25 ਹੀ ਆਏਗਾ, 7.5 ਪਾਵਾਂਗੇ 7.5 ਆਏਗਾ, 1 ਪਾਵਾਂਗੇ ਤਾਂ 1, ਕਿਉਂਕਿ ਫੰਕਸ਼ਨ ਸਾਨੂੰ ਸੇਮ ਵੈਲਿਊ ਹੀ ਦੇ ਰਿਹਾ। ਹੋ ਗਿਆ। ਹੁਣ ਇਸ ਤੋਂ ਬਾਅਦ ਕਹਿੰਦੇ ਜੇ ਬੱਚੇ ਆ ਸਾਡੇ ਕੋਲ ਕਿਹਦੀ ਵੈਲਿਊ ਆ, ਐਫ ਐਕਸ ਨੋਟ ਦੀ ਵੈਲਿਊ ਆ, ਐਫ ਐਕਸ 1 ਦੀ ਵੈਲਿਊ ਆ, ਐਕਸ 2 ਦੀ ਵੈਲਿਊ ਆ, ਐਕਸ 3 ਦੀ ਵੈਲਿਊ ਆ, ਐਕਸ 4 ਦੀ ਵੈਲਿਊ। ਤਾਂ ਅਗਲਾ ਸਟੈਪ ਕੀ ਸੀ, ਇਹਨਾਂ ਦੇ ਫਾਰਵਰਡ ਡਿਫਰੈਂਸ ਕੱਢਣੇ। ਫਾਰਵਰਡ ਡਿਫਰੈਂਸ ਦੇ ਲਈ ਅਸੀਂ ਕੀ ਕਰਨਾ ਬੱਚੇ, ਕਹਿੰਦੇ ਇੱਕ ਅਗਲੀ ਵੈਲਿਊ 'ਚੋਂ ਪਿਛਲੀ ਮਾਈਨਸ ਕਰ ਦਿਓ। ਦੇਖੋ ਐਫ ਐਕਸ 1 ਚੋਂ 0 ਮਾਈਨਸ ਕੀਤਾ, ਮਤਲਬ 0.25 ਦੇ ਵਿੱਚੋਂ ਕੀ ਮਾਈਨਸ ਕੀਤਾ, 0, ਆਨਸਰ ਕਿੰਨਾ ਆ ਗਿਆ 0.25। ਬੱਚੇ ਮੋਡ ਲੈਣਾ, ਨੈਗੇਟਿਵ ਆਊਗੀ ਤਾਂ ਖਤਮ ਹੋ ਜਾਏਗਾ। ਉਸ ਤੋਂ ਬਾਅਦ 0.5 ਚੋਂ 0.25 ਮਾਈਨਸ ਕੀਤੇ, 0.25 ਮਾਈਨਸ ਕੀਤੇ, ਅਗੇਨ 0.25, ਫਿਰ ਬੱਚੇ 0.75 ਚੋਂ 0.5 ਮਾਈਨਸ ਕੀਤੇ, ਅੱਗੇ ਲੈਂਥ ਕੱਢੀ ਜਾਓ, 0.25 ਆ ਗਿਆ। ਫਿਰ 0.25 ਦੇ ਵਿੱਚੋਂ ਅਗੇਨ ਵਿੱਚ 1 ਦੇ ਵਿੱਚੋਂ 1.75 ਮਾਈਨਸ ਕੀਤਾ ਤਾਂ 0.25। ਦੇਖੋ 4 ਟਾਈਮ ਸਾਡੇ ਕੋਲ 0.25 ਆ ਰਿਹਾ, ਇਹਨਾਂ ਨੂੰ ਐਡ ਕਰੋਗੇ ਆਨਸਰ ਕੀ ਆ ਜਾਏਗਾ, 1 ਆ ਜਾਏਗਾ। ਜਿਹੜੇ ਵੀ ਕਹਿੰਦੇ ਅਸੀਂ ਫੰਕਸ਼ਨ ਕੱਢੇ ਨੇ, ਹੁਣ ਅਸੀਂ ਜਿਹੜੇ ਆ ਫਾਰਵਰਡ ਡਿਫਰੈਂਸ ਕੱਢੇ ਨੇ, ਐਂਡਲਾ ਸਟੈਪ ਕੀ ਸੀਗਾ, ਇਹਨਾਂ ਸਾਰਿਆਂ ਨੂੰ ਐਡ ਕਰੋ। ਜਦੋਂ ਇਹਨਾਂ ਨੂੰ ਐਡ ਕੀਤਾ ਵਿੱਚ 0.25 ਪਲੱਸ 0.25 ਪਲੱਸ 0.25 ਪਲੱਸ 0. ਵੈਲਿਊ ਕਿੰਨੀ ਹੈਗੀ 1, ਕੀ ਆਨਸਰ ਇੱਕ ਫਾਈਨਾਈਟ ਨੰਬਰ ਹੈਗਾ, ਹਾਂਜੀ, ਕਿਉਂਕਿ ਇਹਦੀ ਵੈਲਿਊ ਵਿੱਚ 2, ਇਹ ਤਾਂ 2 ਤੋਂ ਵੀ ਲੈਸ ਆ, 3 ਤੋਂ ਵੀ ਲੈਸ ਆ, ਇਨਫਿਨਿਟੀ ਤੋਂ ਲੈਸ ਆ। ਇਸ ਦਾ ਮਤਲਬ ਸਾਡੇ ਕੋਲ ਕੋਈ ਕੌਨਸਟੈਂਟ ਹੈ ਜੋ ਐਗਜ਼ਿਸਟ ਕਰ ਗਿਆ ਜਿਹਦੇ ਵਿੱਚੋਂ ਇਹਦਾ ਸਮ ਆ ਜਿਹੜਾ ਉਹ ਕੀ ਹੋ ਗਿਆ, ਲੈਸ ਹੋ ਗਿਆ, ਅਤੇ ਫੰਕਸ਼ਨ ਕੀ ਹੋਏਗਾ, ਬਾਉਂਡਡ ਵੇਰੀਏਸ਼ਨ ਹੋਏਗਾ। ਦੇਖੋ ਹੁਣ ਇਹ ਸੀਗਾ ਕੰਸੈਪਟ। ਹੁਣ ਅਸੀਂ ਇਹਦੀ ਜਿਹੜੀ ਸਿੰਬਲਸ ਨੇ ਉਹ ਦੇਖ ਲੈਂਦੇ ਹਾਂ ਕਿ ਇਹਨੂੰ ਲਿਖਿਆ ਕਿਵੇਂ ਜਾਏਗਾ ਡੈਫੀਨੇਸ਼ਨ ਨੂੰ। ਦੇਖੋ ਕੀ ਕਹਿ ਰਿਹਾ, ਕਹਿੰਦੇ ਲੈਟ A to B ਵੀ ਆ ਕਲੋਜ਼ਡ ਐਂਡ ਬਾਉਂਡਡ ਇੰਟਰਵਲ। ਅਸੀਂ ਕੋਈ ਕਲੋਜ਼ ਅਤੇ ਬਾਉਂਡਡ ਇੰਟਰਵਲ ਲਿਆ, ਉਹਦੀ ਕੋਈ ਪਾਰਟੀਸ਼ਨ ਲਈ, ਉਸ ਪਾਰਟੀਸ਼ਨ ਦੇ ਇੱਕ ਫੰਕਸ਼ਨ ਐਫ ਡਿਫਾਈਨ ਕੀਤਾ। ਫਿਰ ਕੀ ਕੀਤਾ, ਕਹਿੰਦੇ ਇਸ ਪਾਰਟੀਸ਼ਨ ਜੋ ਕੀਤੀ ਹੈ ਉਹਦੇ ਵਿੱਚ ਐਫ ਐਕਸ 1 ਕੱਢਿਆ, ਮਾਈਨਸ ਐਫ ਐਕਸ ਨੋਟ ਫਾਰਵਰਡ ਡਿਫਰੈਂਸ, ਫਿਰ ਐਫ ਐਕਸ 2 ਮਾਈਨਸ ਐਫ ਐਕਸ 1 ਕੱਢਿਆ, ਐਪ ਟੂ ਸੋਨ ਕਰਦੇ ਐਫ ਐਕਸ ਐਨ ਮਾਈਨਸ ਐਫ ਐਕਸ ਐਨ ਮਾਈਨਸ 1 ਕੱਢਿਆ। ਕਹਿੰਦੇ ਜੇਕਰ ਇਸ ਪਾਰਟੀਸ਼ਨ ਦੀ ਬੱਚੇ, ਕਹਿੰਦੇ ਜੇ ਇਹ ਪਾਰਟੀਸ਼ਨ ਸਾਡੇ ਕੋਲ ਜਾਏ, ਜਿਹੜਾ ਸੈੱਟ ਬੀ ਐਫ ਬਣਾਇਆ ਇਹ ਬਾਉਂਡਡ ਅਬੱਬ ਮਤਲਬ ਇਹਦੀ ਹਾਈਐਸਟ ਬਾਉਂਡਰੀ ਕੋਈ ਐਗਜ਼ਿਸਟ ਕਰਦੀ ਆ, ਮਤਲਬ ਇਹ ਸਾਰਿਆਂ ਦਾ ਸਮ ਕਿਸੇ ਕੌਨਸਟੈਂਟ ਤੋਂ ਲੈਸ ਆ, ਤਾਂ ਇਸ ਫੰਕਸ਼ਨ ਨੂੰ ਅਸੀਂ ਕੀ ਬੋਲਾਂਗੇ, ਬਾਉਂਡਡ ਵੇਰੀਏਸ਼ਨ ਫੰਕਸ਼ਨ ਬੋਲਾਂਗੇ। ਤੇ ਇਹਨੂੰ ਲਿਖਿਆ ਕਿਵੇਂ ਜਾਂਦਾ, ਬੀ ਬਾਉਂਡਡ ਵੇਰੀਏਸ਼ਨ ਔਨ ਅ ਇੰਟਰਵਲ A to B, F is equal to ਬਾਉਂਡਡ ਵੇਰੀਏਸ਼ਨ ਔਨ ਅ ਇੰਟਰਵਲ A to B। ਇਹ ਹੋ ਗਿਆ ਬੱਚੇ ਸਾਡੇ ਕੋਲ ਬਾਉਂਡਡ ਵੇਰੀਏਸ਼ਨ। ਇੱਕ ਇਹ ਤੋਂ ਨੈਕਸਟ ਸਾਡੇ ਕੋਲ ਡੈਫੀਨੇਸ਼ਨ ਬਣਦੀ ਆ ਟੋਟਲ ਵੇਰੀਏਸ਼ਨ। ਹੁਣ ਜੇਕਰ ਬੱਚੇ ਸਾਨੂੰ ਬਾਉਂਡਡ ਵੇਰੀਏਸ਼ਨ ਕੰਸੈਪਟ ਸਮਝ ਆ ਗਿਆ ਤਾਂ ਟੋਟਲ ਵੇਰੀਏਸ਼ਨ ਸਮਝਣਾ ਵੀ ਸਾਡੇ ਲਈ ਈਜ਼ੀ ਹੋਏਗਾ। ਦੇਖੋ ਟੋਟਲ ਵੇਰੀਏਸ਼ਨ ਕੀ ਹੁੰਦਾ, ਸਾਡੇ ਕੋਲ
ਕਹਿੰਦੇ ਜਦੋਂ ਅਸੀਂ ਕਿਹਾ ਕਹਿੰਦੇ ਇੱਕ ਤੋਂ ਜ਼ਿਆਦਾ ਪਾਰਟੀਸ਼ਨਸ ਐਗਜ਼ਿਸਟ ਕਰ ਸਕਦੀਆਂ ਨੇ ਬੱਚੇ, ਜਿਵੇਂ ਹੁਣ ਐਗਜ਼ਾਮਪਲ ਲੈ ਕੇ ਤੁਹਾਨੂੰ ਦਿਖਾਇਆ ਸੀਗਾ ਕਿ 0 ਲਿਆ, ਫਿਰ 0.25 ਲਿਆ, 0.5 ਲਿਆ, 0.75 ਲਿਆ। ਇਹ ਇੰਟਰਵਲ ਤੁਸੀਂ ਐਵੇਂ ਵੀ ਤਾਂ ਲੈ ਸਕਦੇ ਸੀ, 0 ਤੋਂ ਲੈ ਕੇ 0.10 ਲਿਆ, ਫਿਰ 0.20 ਲਿਆ, ਅਪ ਟੂ ਸੋ ਔਨ ਲਿਆ। ਇਸ ਪਾਰਟੀਸ਼ਨ ਦੇ ਲਈ ਵੀ ਉਹਦਾ ਕੋਈ ਸਮ ਆਏਗਾ। ਜੇ ਇਹ ਨਹੀਂ ਲੈਣੀ ਤਾਂ ਇਹ ਲੈ ਲਓ, 0.5 ਲਿਆ, 0 ਲਿਆ, 0.5 ਲਿਆ, 0.10 ਲਿਆ, ਹੋਰ ਵਧਾ ਲਓ ਪਾਰਟੀਸ਼ਨ ਨੂੰ। ਕਹਿੰਦੇ ਪਾਰਟੀਸ਼ਨ ਬੱਚੇ ਇੱਕ ਬਹੁਤ ਜ਼ਿਆਦਾ ਇਨਫਾਈਨਾਈਟਲੀ ਮੈਨੀ ਪਾਰਟੀਸ਼ਨਸ ਅਸੀਂ ਇੱਕ ਇੰਟਰਵਲ ਦੀਆਂ ਕਰ ਸਕਦੇ ਹਾਂ। ਹੁਣ ਜਦੋਂ ਅਸੀਂ ਕਿਸੇ ਇੰਟਰਵਲ ਦੀ ਇੰਨੀਆਂ ਪਾਰਟੀਸ਼ਨ ਕਰ ਸਕਦੇ ਹਾਂ ਤਾਂ ਇਸ ਦਾ ਮਤਲਬ ਜਦੋਂ ਬੱਚੇ ਉਹਦੇ ਉੱਤੇ ਫੰਕਸ਼ਨ ਦੀ ਵੈਲਿਊ ਚੈੱਕ ਕਰਾਂਗੇ ਉਹ ਵੀ ਡਿਫਰ ਆਉਂਦੀ ਹੋਊਗੀ, ਉਹਨਾਂ ਦਾ ਸਮ ਕਰਿਆ ਕਰਾਂਗੇ ਉਹ ਵੀ ਮੇਬੀ ਡਿਫਰੈਂਟ ਆਉਂਦਾ ਹੋਏਗਾ। ਕਹਿੰਦੇ ਜਦੋਂ ਅਲੱਗ-ਅਲੱਗ ਪਾਰਟੀਸ਼ਨਸ ਕੀਤੀਆਂ, ਮੰਨ ਲਓ ਇੱਕ P1 ਪਾਰਟੀਸ਼ਨ, P2 ਪਾਰਟੀਸ਼ਨ, P3 ਪਾਰਟੀਸ਼ਨ, ਅਪ ਟੂ ਸੋ ਔਨ। ਕਹਿੰਦੇ P1 ਦੇ ਉੱਤੇ ਵੀ ਸਾਨੂੰ ਇੱਕ ਕੋਈ ਉਹਦਾ ਜਿਹੜਾ ਸਾਰਿਆਂ ਦਾ ਡੈਲ ਕੀਤਾ, ਡੈਲ ਆਫ ਐਫ ਐਕਸ, ਉਹਦਾ ਸਮ ਮਿਲੂਗਾ। P2 ਪਾਰਟੀਸ਼ਨ ਦੇ ਲਈ ਵੀ ਇਹਨਾਂ ਦਾ ਡੈਲ ਐਫ ਐਕਸ ਦਾ ਕੋਈ ਸਮ ਮਿਲੂਗਾ, ਐਂਡ P3 ਪਾਰਟੀਸ਼ਨ ਦੇ ਲਈ ਵੀ ਇਹਨਾਂ ਐਫ ਐਕਸ ਦਾ ਕੋਈ ਸਮ ਸਾਨੂੰ ਮਿਲੂਗਾ। ਕਹਿੰਦੇ ਹੁਣ ਇਹ ਜਿਹੜੇ ਸਮ ਆਏ ਨੇ ਬੱਚੇ, ਜਿਹੜੇ ਸਾਨੂੰ ਫਾਈਨਾਈਟ ਵੈਲਿਊਜ਼ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਮਿਲ ਰਹੀਆਂ ਨੇ, ਉਹਨਾਂ ਫਾਈਨਾਈਟ ਵੈਲਿਊਜ਼ ਦੇ ਵਿੱਚੋਂ ਜੋ ਸਭ ਤੋਂ ਵੱਡੀ ਵੈਲਿਊ ਆ, ਮਤਲਬ ਜੋ ਸੁਪਰੀਮਮ ਵੈਲਿਊ ਆ ਸਾਰੇ ਸਮ ਦੇ ਵਿੱਚੋਂ ਬੱਚੇ, ਸੁਪਰੀਮਮ ਵੈਲਿਊ, ਉਹਨੂੰ ਅਸੀਂ ਕੀ ਬੋਲਦੇ ਹਾਂ, ਟੋਟਲ ਵੇਰੀਏਸ਼ਨ ਆਫ ਅ ਬਾਊਂਡਡ ਫੰਕਸ਼ਨ ਜਾਂ ਟੋਟਲ ਵੇਰੀਏਸ਼ਨ ਆਫ ਅ ਫੰਕਸ਼ਨ ਐਫ। ਇਹਨੂੰ ਲਿਖਿਆ ਕਿਵੇਂ ਜਾਂਦਾ, ਬੀ ਆਫ ਐਫ ਏ ਬੀ। ਬੱਚੇ ਏ ਬੀ ਇੰਟਰਵਲ ਦੇ ਉੱਤੇ ਫੰਕਸ਼ਨ ਦੀ ਵੇਰੀਏਸ਼ਨ ਕੀ ਆ, ਟੋਟਲ ਵੇਰੀਏਸ਼ਨ ਕੀ ਆ, ਕਿੰਨਾ ਕੁ ਵੇਰੀ ਕਰ ਰਿਹਾ, ਇਹ ਹੋ ਗਈ ਸਾਡੇ ਕੋਲ ਟੋਟਲ ਵੇਰੀਏਸ਼ਨ। ਅੱਗੇ ਬੱਚੇ ਇਹਦੀ ਐਗਜ਼ਾਮਪਲਸ ਨੇ। ਇੱਕ ਐਗਜ਼ਾਮਪਲ ਅਸੀਂ ਪਹਿਲਾਂ ਡਿਸਕਸ ਕਰ ਲਈ ਕਿ ਜੇਕਰ ਐਫ ਐਕਸ ਸਾਡੇ ਕੋਲ ਐਕਸ ਦੇ ਇਕੁਅਲ ਆ ਦੇ ਰਿਹਾ ਇਨਪੁਟ, ਤਾਂ ਉਹ ਫੰਕਸ਼ਨ ਸਾਡੇ ਕੋਲ ਕੀ ਹੋਏਗਾ, ਬਾਊਂਡਡ ਵੇਰੀਏਸ਼ਨ ਦਾ ਹੋਏਗਾ। ਅੱਗੇ ਨੈਕਸਟ ਐਗਜ਼ਾਮਪਲ ਕਰਦੇ ਹਾਂ ਬੱਚੇ ਸਾਈਨ ਆਫ ਐਕਸ ਦੀ। ਦੇਖੋ ਕਹਿੰਦੇ ਹੋਰ ਕੋਈ ਅਸੀਂ ਬਾਊਂਡਡ ਵੇਰੀਏਸ਼ਨ ਦੀ ਜੇ ਐਗਜ਼ਾਮਪਲ ਲੈਣੀ ਹੋਵੇ, ਕਹਿੰਦੇ ਫੰਕਸ਼ਨ ਦਿੱਤਾ ਹੋਇਆ ਸਾਨੂੰ x ਇਜ਼ ਇਕੁਅਲ ਟੂ ਸਾਈਨ ਆਫ ਐਕਸ। ਚੈੱਕ ਕਰਨਾ ਕਿ ਇਹ 0 ਤੋਂ ਲੈ ਕੇ π/2 ਇੰਟਰਵਲ ਦੇ ਵਿੱਚ ਕੀ ਹੋਏਗਾ, ਸਾਡੇ ਕੋਲ ਬਾਊਂਡਡ ਵੇਰੀਏਸ਼ਨ ਹੋਏਗਾ ਜਾਂ ਨਹੀਂ। ਹੁਣ ਬੱਚੇ ਜੇ ਅਸੀਂ ਪ੍ਰੋਪਰਟੀਜ਼ ਕੀਤੀਆਂ ਹੁੰਦੀਆਂ ਤਾਂ ਸਿੱਧੇ ਅਸੀਂ ਇਹਨੂੰ ਤੁਸੀਂ ਦੇਖ ਕੇ ਕਹਿ ਦੇਣਾ ਸੀ ਕਿ ਸਾਈਨ 0 ਤੋਂ π/2 ਦੇ ਵਿੱਚ ਮੋਨੋਟੋਨ ਫੰਕਸ਼ਨ ਹੁੰਦਾ, ਦਿਸ ਇੰਪਲਾਈਜ਼ ਇਹ ਸਾਡੇ ਕੋਲ ਬਾਊਂਡਡ ਵੇਰੀਏਸ਼ਨ ਵੀ ਹੋਏਗਾ। ਪਰ ਅਜੇ ਤੱਕ ਅਸੀਂ ਪ੍ਰੋਪਰਟੀਜ਼ ਨਹੀਂ ਕੀਤੀਆਂ, ਅਜੇ ਤੱਕ ਸਿਰਫ ਡੈਫੀਨੇਸ਼ਨ ਕੀਤੀ ਹੈ, ਸੋ ਇਹਨੂੰ ਡੈਫੀਨੇਸ਼ਨ ਦੇ ਥਰੂ ਪ੍ਰੂਵ ਕਰਾਉਣਾ। ਤਾਂ ਡੈਫੀਨੇਸ਼ਨ ਕੀ ਕਹਿੰਦੀ ਹੈ ਬੱਚੇ, ਕਹਿੰਦੇ ਜੋ ਇੰਟਰਵਲ ਆ ਉਹਦੀ ਕੋਈ ਪਾਰਟੀਸ਼ਨ ਕਰ ਲਓ। ਦੇਖੋ 0 ਤੋਂ π/2 ਮਤਲਬ 0 ਤੋਂ 90 ਦੀ ਗੱਲ ਕਰ ਰਿਹਾ, 0 ਡਿਗਰੀ ਤੋਂ 90 ਡਿਗਰੀ। ਹੁਣ ਇਹਦੀ ਪਾਰਟੀਸ਼ਨ ਕਰਨੀ ਹੈ ਆਪਣੇ ਅਕੋਰਡਿੰਗ ਕਰ ਲਈ, 0 ਤੋਂ ਲੈ ਕੇ 30 ਤੱਕ, ਫਿਰ 30 ਤੋਂ ਲੈ ਕੇ 60 ਤੱਕ, 60 ਤੋਂ ਲੈ ਕੇ 45 ਤੱਕ ਲੈ ਲਓ, ਫਿਰ 45 ਤੋਂ ਲੈ ਕੇ 60 ਤੱਕ ਲੈ ਲਓ, 60 ਤੋਂ ਲੈ ਕੇ ਅਸੀਂ ਨੇ 90 ਤੱਕ ਲਈ। ਇਹ ਸਾਡੇ ਕੋਲ ਹੋ ਗਏ ਇਹਦੇ ਸਾਰੇ ਇੰਟਰਵਲ। ਹੁਣ ਕੀ ਸੀਗਾ, ਕਹਿੰਦੇ ਬਾਊਂਡਡ ਵੇਰੀਏਸ਼ਨ। ਹੁਣ ਇਹਨਾਂ ਇਕੱਲੇ ਪੁਆਇੰਟ 'ਤੇ ਅਸੀਂ ਵੈਲਿਊ ਦੇਖਣੀ ਹੈ ਸਾਈਨ ਦੀ। ਬੱਚੇ ਸਾਈਨ ਦੀ ਵੈਲਿਊਜ਼ ਦੇਖੀਆਂ, ਦੇਖੋ ਜਦੋਂ ਸਾਈਨ ਦੀਆਂ ਵੈਲਿਊ ਸਾਡੇ ਕੋਲ ਆਈਆਂ, ਸਾਨੂੰ ਇੰਨਾ ਪਤਾ ਬੱਚੇ ਕਿ ਜਿਹੜੀ ਸਾਈਨ ਦੀ ਵੈਲਿਊ ਹੁੰਦੀ ਆ ਉਹ ਹਾਈਐਸਟ ਉਹਦੀ ਰੇਂਜ ਕੀ ਹੁੰਦੀ ਆ, ਸਾਡੇ ਕੋਲ ਹਮੇਸ਼ਾ ਇਹਦੀ ਵੈਲਿਊ ਕੀ ਹੋਏਗੀ, ਸਾਈਨ ਮੋਡ ਐਕਸ ਦੀ ਵੈਲਿਊ ਹਮੇਸ਼ਾ ਲੈਸ ਦੈਨ ਇਕੁਅਲ ਟੂ 1 ਆਉਂਦੀ ਆ। ਇਸ ਦਾ ਮਤਲਬ ਜਦੋਂ ਤੁਸੀਂ ਇਹਨਾਂ ਨੂੰ ਸੋਲਵ ਵੀ ਕਰੋਗੇ ਵਿੱਚ ਆਨਸਰ ਵੱਧ ਤੋਂ ਵੱਧ ਕੀ ਆ ਸਕਦਾ, 1 ਆ ਸਕਦਾ, ਵਿਚ ਇਜ਼ ਅ ਫਾਈਨਾਈਟ ਵੈਲਿਊ। ਜੇਕਰ ਇਹਨਾਂ ਸਾਰਿਆਂ ਦਾ ਸਮ 1 ਆ ਰਿਹਾ ਜਾਂ ਫਾਈਨਾਈਟ ਵੈਲਿਊ ਆ ਰਿਹਾ, ਜੋ ਵੀ ਆਪਣੇ ਕੋਲ ਜਾਂ ਇੰਟਰਵਲ ਵੈਲਿਊਜ਼ ਕੱਟਣ ਤੋਂ ਬਾਅਦ ਆ ਰਿਹਾ, ਇੱਕ ਫਾਈਨਾਈਟ ਹੀ ਆਨਸਰ ਆਏਗਾ। ਦੇਖੋ ਅਸੀਂ ਇਹਦੇ ਵਿੱਚ ਵੈਲਿਊ ਸਬਸਟੀਟਿਊਟ ਕੀਤੀਆਂ, ਆਨਸਰ ਸਾਨੂੰ 1 ਮਿਲ ਗਿਆ। ਹੁਣ 1 ਵੀ ਤਾਂ ਇੱਕ ਫਾਈਨਾਈਟ ਨੰਬਰ ਆ, ਇਸ ਦਾ ਮਤਲਬ ਇਹ 2 ਤੋਂ ਵੀ ਛੋਟਾ, 3 ਤੋਂ ਵੀ ਛੋਟਾ, 4 ਤੋਂ ਵੀ ਛੋਟਾ। ਹੁਣ ਜਦੋਂ ਇਹ ਕੰਡੀਸ਼ਨ ਸਾਡੇ ਕੋਲ ਮਿਲ ਗਿਆ ਕਿ ਹਾਂਜੀ ਇਹਨਾਂ ਸਾਰਿਆਂ ਦਾ ਸਮ ਕਿਸੇ ਕੌਂਸਟੈਂਟ ਤੋਂ ਲੈਸ ਹੋਏਗਾ ਤਾਂ ਫੰਕਸ਼ਨ ਕੀ ਹੋਏਗਾ, ਬਾਊਂਡਡ ਵੇਰੀਏਸ਼ਨ ਦਾ ਹੋ ਗਿਆ। ਸੋ ਸਾਈਨ ਆਫ ਐਕਸ ਕਿਹੜੇ ਇੰਟਰਵਲ 'ਤੇ 0 ਤੋਂ π/2 ਦੇ ਵਿੱਚ ਕੀ ਹੈ, ਬਾਊਂਡਡ ਵੇਰੀਏਸ਼ਨ ਦਾ। ਹੁਣ ਜਿਹੜਾ ਵੀ ਇੰਟਰਵਲ ਬੱਚੇ ਦਿੱਤਾ ਹੋਇਆ ਕਰੂਗਾ, ਸਾਡਾ ਰਿਜ਼ਲਟ ਉਹ 'ਤੇ ਹੀ ਬੇਸ ਕਰਿਆ ਕਰੂਗਾ ਕਿ ਇੰਟਰਵਲ ਕਿਹੋ ਜਿਹਾ, ਉਹਦੇ ਉੱਤੇ ਬਾਊਂਡਡ ਵੇਰੀਏਸ਼ਨ ਹੈਗਾ ਜਾਂ ਨਹੀਂ ਹੈਗਾ। ਹੋਪ ਸੋ ਕਿ ਉਰੇ ਤੱਕ ਬਾਊਂਡਡ ਵੇਰੀਏਸ਼ਨ ਅਤੇ ਉਹਦੀਆਂ ਐਗਜ਼ਾਮਪਲ ਸਾਡੇ ਕਲੀਅਰ ਹੋ ਗਿਆ ਹੋਣਗੀਆਂ। ਫਿਰ ਹੁਣ ਅੱਗੇ ਅਸੀਂ ਸਟਾਰਟ ਕਰਨੀਆਂ ਨੇ ਵਿੱਚ ਪ੍ਰੋਪਰਟੀਜ਼ ਆਫ ਅ ਬਾਊਂਡਡ ਵੇਰੀਏਸ਼ਨ, ਉਹ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਅੱਜ ਤੁਸੀਂ ਇਹਨੂੰ ਡੈਫੀਨੇਸ਼ਨ ਸਮਝ ਲਓ, ਇਹਦੀ ਐਗਜ਼ਾਮਪਲ ਸਮਝ ਲਓ। ਅਗਲੀ ਵੀਡੀਓ 'ਚ ਆਪਾਂ ਕਰਾਂਗੇ ਇਹਦੀਆਂ ਪ੍ਰੋਪਰਟੀਜ਼, ਕਿਵੇਂ ਅਸੀਂ ਈਜ਼ੀ ਬਣਾ ਸਕਦੇ ਹਾਂ ਕਿਸੇ ਫੰਕਸ਼ਨ ਨੂੰ ਬਾਊਂਡਡ ਵੇਰੀਏਸ਼ਨ ਪ੍ਰੂਵ ਕਰ ਸਕਦੇ ਹਾਂ। ਥੈਂਕ ਯੂ ਫॉर ਵਾਚਿੰਗ।